ਉਦਮ ਕਰਿੰਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਭੁੰਜ। ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਦ। ਗੁਰਬਾਣੀ ਦਾ ਇਹ ਫਰਮਾਨ ਤੁਸੀਂ ਕਈ ਵਾਰ ਸੁਣਿਆ ਹੋਵੇਗਾ। ਜੀਵਨ ਦੇ ਕਿਸੇ ਨਾ ਕਿਸੇ ਮੋੜ ਜਾਂ ਕਿਸੇ ਪੜਾਅ 'ਤੇ ਗੁਰਬਾਣੀ ਦੇ ਬਾਕੀ ਉਪਦੇਸ਼ਾਂ ਵਾਂਗ ਇਹ ਉਪਦੇਸ਼ ਵੀ ਸਾਨੂੰ ਪ੍ਰੇਰਨਾ ਕਰਦਾ ਹੈ। ਇਸ ਵਿੱਚ ਖਾਸ ਉਦਮ ਦੀ ਗੱਲ ਕੀਤੀ ਗਈ ਹੈ। ਇੱਕ ਅੰਗਰੇਜ਼ੀ ਦੀ ਕਹਾਵਤ ਮੈਂ ਸਾਂਝੀ ਕਰਦਾ, continuous effort, not strength or intelligence, is the key to unlocking our potential। ਬਚਪਨ ਵਿੱਚ ਪਿਆਸੇ ਕਾਂ ਦੀ ਕਹਾਣੀ ਤਾਂ ਅਸੀਂ ਸਾਰਿਆਂ ਨੇ ਸੁਣੀ ਜਾਂ ਪੜ੍ਹੀ ਹੈ, ਪਰ ਫਿਰ ਵੀ ਉਦਮ ਕਰਨ ਲਈ ਅਸੀਂ ਕਿਉਂ ਕਤਰਾਉਂਦੇ ਰਹਿੰਦੇ ਹਾਂ? ਅਸਲ ਵਿੱਚ ਉਦਮ ਕਰਨ ਲਈ ਕਿਸੇ ਨਾ ਕਿਸੇ ਪਰਪਸ ਜਾਂ ਗੋਲ ਦਾ ਹੋਣਾ ਲਾਜ਼ਮੀ ਹੈ। ਫਰਜ਼ ਕਰੋ ਜੇ ਅੱਜ ਸਵੇਰੇ ਮੇਰੇ ਸੁੱਤੇ ਉੱਠਣ ਤੋਂ ਬਾਅਦ ਮੇਰੇ ਅੱਜ ਦਿਨ ਦਾ ਕੋਈ ਪਰਪਸ ਹੀ ਨਾ ਹੋਵੇ, ਤਾਂ ਮੈਂ ਆਲਸ ਕਰਾਂਗਾ, ਸਵੇਰੇ ਉੱਠਣ ਵਿੱਚ ਦੇਰੀ ਕਰਾਂਗਾ। ਇਸੇ ਤਰ੍ਹਾਂ ਵਿਦਿਆਰਥੀ ਦਾ ਜੇ ਕਲਾਸ ਪਾਸ ਕਰਨ ਦਾ ਕੋਈ ਪਰਪਸ ਹੀ ਨਾ ਹੋਏਗਾ ਤਾਂ ਉਹ ਪੇਪਰਾਂ ਦੀ ਤਿਆਰੀ ਲਈ ਪੜ੍ਹੇਗਾ ਹੀ ਕਿਉਂ? ਜੇ ਕਿਸਾਨ ਨੇ ਫਸਲ ਵੱਢਣੀ ਨਹੀਂ ਤਾਂ ਉਹ ਬੀਜਣ ਦੀ ਖੇਚਲ ਕਿਉਂ ਕਰੇਗਾ? ਜੇ ਕਿਸੇ ਮਿਸਤਰੀ ਦੀ ਕੰਧ ਜਾਂ ਕੋਈ ਘਰ ਬਣਾਉਣ ਦੀ ਵਿਜ਼ੂਅਲਾਈਜੇਸ਼ਨ ਹੀ ਨਾ ਹੋਵੇ ਤਾਂ ਉਹ ਇੱਟ ਤੋਂ ਬਾਅਦ ਇੱਟ ਕਿਉਂ ਲਾਏਗਾ? ਸੋ ਉਦਮ ਲਈ ਇਹ ਬਹੁਤ ਜ਼ਰੂਰੀ ਹੈ ਕਿ ਕੋਈ ਨਾ ਕੋਈ ਪਰਪਸ ਜ਼ਰੂਰ ਹੋਵੇ। ਜਦੋਂ ਅਸੀਂ ਗੋਲ ਜਾਂ ਪਰਪਸ ਡਿਫਾਈਨ ਕਰ ਲੈਂਦੇ ਹਾਂ ਤਾਂ ਇੱਥੇ ਗੱਲ ਮੁੱਕ ਨਹੀਂ ਜਾਂਦੀ, ਸਗੋਂ ਗੱਲ ਸ਼ੁਰੂ ਹੁੰਦੀ ਹੈ। ਕਿਉਂਕਿ ਕਿਸੇ ਨਿਸ਼ਾਨੇ ਦੀ ਪ੍ਰਾਪਤੀ ਕਰਨ ਵਾਸਤੇ ਲਗਾਤਾਰ ਉਦਮ ਕਰਨਾ ਬਹੁਤ ਜ਼ਰੂਰੀ ਬਣਦਾ ਹੈ। ਹਾਂ, ਇਹ ਵੀ ਗੱਲ ਨੋਟ ਕਰਨੀ ਚਾਹੀਦੀ ਹੈ ਕਿ ਸਾਡੇ ਰੋਜ਼ਾਨਾ ਦੇ ਗੋਲ ਜਾਂ ਵੀਕਲੀ ਗੋਲ ਜਾਂ ਮੰਥਲੀ ਗੋਲ ਇਹ ਸਮੇਂ ਦੇ ਨਾਲ ਚੇਂਜ ਹੁੰਦੇ ਰਹਿੰਦੇ ਹਨ ਅਤੇ ਅਸੀਂ ਉਹ ਨਿਸ਼ਾਨਿਆਂ ਦੀ ਪ੍ਰਾਪਤੀ ਵਾਸਤੇ ਆਪੋ ਆਪਣੇ ਹਿਸਾਬ ਨਾਲ ਉਦਮ ਕਰਦੇ ਰਹਿੰਦੇ ਹਾਂ। ਇੱਕ ਜੋ ਸਾਡੇ ਸਾਰਿਆਂ ਦਾ ਸਾਰੇ ਪਰਪਸਿਸ ਤੋਂ ਵੱਡਾ ਇੱਕ ਗੋਲ ਹੋਣਾ ਚਾਹੀਦਾ ਹੈ, ਜਿਹਦੇ ਲਈ ਸ਼ਾਇਦ ਅਸੀਂ ਜ਼ਿਆਦਾਤਰ ਅਵੇਸਲੇ ਹੋ ਜਾਂਦੇ ਹਾਂ, ਉਹ ਹੈ ਮਨੁੱਖਾ ਜਨਮ ਦਾ ਪਰਪਸ। ਭਈ ਪ੍ਰਾਪਤ ਮਾਨਕ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਜਦੋਂ ਅਸੀਂ ਇਹੋ ਜਿਹਾ ਵੱਡਾ ਪਰਪਸ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇੱਕ ਗੱਲ ਸਾਨੂੰ ਸਮਝ ਆਉਂਦੀ ਹੈ ਕਿ ਬਾਕੀ ਸਾਰੇ ਪਰਪਸ ਇਸ ਵੱਡੇ ਪਰਪਸ ਦੇ ਅਧੀਨ ਹੀ ਹਨ, ਜਾਂ ਕਹਿ ਲਈਏ ਕਿ ਇਸ ਪਰਪਸ ਦੇ ਵਿੱਚ ਸਮਾਏ ਜਾ ਸਕਦੇ ਹਨ। ਕਿਉਂਕਿ ਮਨੁੱਖਾ ਜਨਮ ਦਾ ਅਲਟੀਮੇਟ ਗੋਲ ਤਾਂ ਇਹੀ ਹੈ ਕਿ ਉਸਨੇ ਇਸ ਜੀਵਾਤਮਾ ਨੇ ਪਰਮਾਤਮਾ ਦੇ ਨਾਲ ਅਭੇਦ ਹੋਣਾ ਹੈ, ਅਤੇ ਇਹ ਨਿਸ਼ਾਨੇ ਦੀ ਪ੍ਰਾਪਤੀ ਕਰਨ ਵਾਸਤੇ ਉਸ ਨੂੰ ਰੋਜ਼ ਉਹੋ ਜਿਹੇ ਗੁਣ ਧਾਰਨ ਕਰਨੇ ਪੈਣਗੇ ਜਿਹੋ ਜਿਹੇ ਪਰਮਾਤਮਾ ਦੇ ਹਨ। ਭਾਵ ਕਿ ਦਇਆ ਰੱਖਣੀ ਪਵੇਗੀ, ਸਭ ਦੇ ਵਿੱਚ ਇੱਕ ਨੂੰ ਦੇਖਣਾ ਪਵੇਗਾ, ਨਿਰਭਉ ਹੋਣਾ ਪਵੇਗਾ, ਨਿਰਵੈਰ ਹੋਣਾ ਪਵੇਗਾ, ਵਗੈਰਾ ਵਗੈਰਾ। ਇਸੇ ਤਰ੍ਹਾਂ ਜੇ ਤੁਸੀਂ ਅੱਜ ਤੋਂ ਤੈਅ ਕਰਦੇ ਹੋ ਕਿ ਮੈਂ ਇੱਕ ਚੰਗਾ ਸਿੱਖ ਬਣਾਂਗਾ, ਤਾਂ ਜੋ ਗੁਰ ਕਹੈ ਸੋਈ ਭਲ ਮੰਨਣਾ ਪਏਗਾ। ਚੌਥੇ ਪਾਤਸ਼ਾਹ ਦਾ ਇੱਕ ਸ਼ਬਦ ਸਾਨੂੰ ਉਦਮ ਕਰਨ ਲਈ, ਸਾਡੇ ਨਿੱਤ ਦੀ ਰੂਟੀਨ ਲਈ ਸਾਨੂੰ ਪ੍ਰੇਰਣਾ ਕਰਦਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠ ਹਰਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਸੋ ਕਿਸੇ ਵੀ ਉਦੇਸ਼ ਦੀ ਪ੍ਰਾਪਤੀ ਲਈ ਕੋਈ ਜਾਦੂਈ ਛੜੀ ਜਾਂ ਕੋਈ ਮੈਜਿਕ ਪਿਲ ਨਹੀਂ ਹੈ। ਐਫਰਟ ਇਜ਼ ਦ ਕੀ ਟੂ ਸਕਸੈਸ। ਇੱਕ ਗੱਲ ਹੋਰ ਜੋ ਉਦਮ ਦੇ ਨਾਲ ਨਾਲ ਬਹੁਤ ਜ਼ਰੂਰੀ ਹੈ, ਉਹ ਇਹ, ਜਦੋਂ ਤੁਸੀਂ ਲਗਾਤਾਰ ਉਦਮ ਕਰਦੇ ਹੋ ਜਾਂ ਤੁਹਾਡਾ ਐਫਰਟ ਪਰਸਿਸਟੈਂਸ ਦੇ ਨਾਲ ਰਲ ਜਾਂਦਾ ਹੈ, ਤਾਂ ਸਕਸੈਸ ਜਾਂ ਕਾਮਯਾਬੀ ਯਕੀਨਨ ਬਣ ਜਾਂਦੀ ਹੈ। ਫਿਰ ਉਹ ਗੋਲ ਚਾਹੇ ਸਾਡਾ ਪਰਸਨਲ ਹੋਵੇ, ਕਰੀਅਰ ਗੋਲ ਹੋਵੇ, ਫੈਮਿਲੀ ਗੋਲ ਹੋਵੇ, ਅਤੇ ਜਾਂ ਫਿਰ ਬੀਇੰਗ ਹਿਊਮਨ ਦ ਹਾਈਐਸਟ ਪੋਸੀਬਲ ਗੋਲ ਕਿ ਅਸੀਂ ਮਨੁੱਖਾ ਜਨਮ ਦੀ ਇਹ ਯਾਤਰਾ ਨੂੰ ਸਫਲ ਕਰਕੇ ਜਾਣਾ ਹੈ। ਆਗਾਹਾਂ ਕੋ ਤਰਾਗ, ਪਿੱਛਾ ਫੇਰ ਨਾ ਮੁੱਢਣਾ। ਨਾਨਕ ਸੇਜੇ ਵੇ ਹਵਾਰ, ਬਾਹੜ ਨਾ ਹੋਵੇ ਜਨਮੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।